पत परवाणे पिछे पाइए ता नानक, तोलिया जापै महला पहला, बदी सो बजग नानका सच्चा वेकै सोए। सबनी छाला मारियां करता करे सोए, अगे जात न जोरै अगे जियो निवे। जिनकी लेखै पत पवै, चंगे से के पौड़ी तुर कर्म जिना को तुद पाया, ता तिन्ही कसम ते आया न। एक रानो तु मेल लाई क्या पोत दुख आया। सच सच समाया बोलो सतनाम वाहिगुरु। एता विरद स्वामी दा शरणी आया नू गल लाउणा। ए विरद स्वामी दा शरणी आया नू गल लाउणा। ए विरद स्वामी एता विरद स्वामी दा, एता विरद स्वामी दा शरणी आया नू गल लाउणा। विरद स्वामी दा शरणी आया नू गल लाउणा। शरणी आया नू गल लाउणा। शरणी आया नू गल लाउणा। एता विरद स्वामी दा शरणी आया नू गल लाउणा। एता बिरद स्वामी दा शरणी आया नू गल लाउणा। लाउणा एता बिरद स्वामी दा शरण परे की राख दयाला। नानक तुमरे बाल गोपाला। परम सत्कारयोग गुरां की सज्जी और नवाजी हुई साध संगत जी, आओ अमृत वेले दा समां है। बड़भागी रूहां बड़भागी संगतां जिन्हां दे वड्डे भाग हन, जिन्हां उत्ते गुरु जी की अपार किरपा है। अमृत वेले जाके अमृत वेले उठ के इशनान ध्यान करके गुरु के पावन पवित्र चरणों के विच पहुँच करके जो गुरु जी का पवित्र हुक्म है, कर इशनान सिमर प्रभ अपना मन तन भय रोगा। बिन तुद होर जे मंगना सिर दुखां कै दुख।
देह नाम संतोखिया उतरै मन की भुख। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਜਾਗਤ ਜੋਤ ਜਪੈ ਨਿਸਵਸਰ ਜਗਦੀ ਜੋਤ। ਧਾਰਮਿਕ ਗ੍ਰੰਥਾਂ ਦੇ ਸਵਾਮੀ ਸੰਜੇ ਰਹਿਬਰ, ਜਿੱਥੇ ਸਾਰੇ ਗ੍ਰੰਥ ਧਰਮ ਪੂਜਿਆ ਯੋਗ ਹੈ, ਜਿਹੜੇ ਗੁਰੂ ਦਾ ਰਸਤਾ ਦਿਖਾਉਂਦੇ ਹਨ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਸਰਮਾਉਰ ਹਨ। ਕਿਉਂਕਿ ਜਿਹੜੇ ਜਿਹੜੇ ਧਰਮ ਦੇ ਗ੍ਰੰਥ ਨੇ ਉਸ ਧਰਮ ਦੀ ਉਹਨਾਂ ਨੇ ਉਪਮਾ ਕੀਤੀ ਹੈ। ਜੇ ਈਸਾਈਆਂ ਦਾ ਬਾਈਬਲ ਹੈ, ਪਵਿੱਤਰ ਗ੍ਰੰਥ ਬਾਈਬਲ ਹੈ, ਤਾਂ ਉਹਦੇ ਵਿੱਚ ਕੇਵਲ ਤੇ ਕੇਵਲ ਉਸੇ ਧਰਮ ਦੀ ਹੋਈ ਮਹਿਮਾ ਕੀਤੀ ਹੈ। ਜੇ ਗੀਤਾ ਪਵਿੱਤਰ ਗ੍ਰੰਥ ਹੈ ਹਿੰਦੂ ਮਤ ਦੇ ਵਿੱਚ, ਤਾਂ ਉਹਨਾਂ ਨੇ ਉਹਨਾਂ ਦੀ ਉਪਮਾ ਕੀਤੀ ਆਪਣੇ ਵੱਡਿਆਂ ਦੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੜ੍ਹੋ, ਉਹਦੇ ਵਿੱਚ ਇੱਕ ਓਂਕਾਰ ਤੋਂ ਲੈ ਕੇ 18, 10, 20 ਤੀਕਰ ਇੱਕੋ ਇੱਕ ਪਾਵਨ ਪਵਿੱਤਰ ਗੁਰਬਾਣੀ ਹੈ, ਜਿਹਦੇ ਵਿੱਚ ਮਹਾਰਾਜ ਜੀ ਲਿਖਦੇ ਨੇ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿੱਤ ਲਾਏ, कोई बोले राम राम कोई खुदाए, कोई सेवै गोसैया कोई अल्लाहे। 15 भगत ਜਿਹੜੇ ਲਹਿਦਾ ਉਸ ਬਰਾਦਰੀਆਂ ਨਾਲ ਕਹਿ ਲਓ ਸੰਬੰਧ ਰੱਖਣ ਵਾਲੇ ਸਨ। ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਗੇ ਲੱਗੇ, ਵਧੀਆ ਲੱਗੇ, ਵਿਰਤੀ ਸ਼ੁੱਧ ਲੱਗੀ, ਏਕਤਾ ਦਾ ਸਬੂਤ ਦਿਸਿਆ ਉਹਨਾਂ ਦੇ ਵਿੱਚ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਗੋਦ ਵਿੱਚ ਬਿਠਾ ਲਿਆ, ਮਾਣ ਦੇ ਦਿੱਤਾ। ਇਸ ਕਰਕੇ ਗੁਰੂ ਦਾ ਘਰ ਜਿਹੜਾ ਹੈ ਨਿਮਾਣਿਆਂ ਦਾ ਮਾਣ ਹੈ, ਨਿਉਟਿਆਂ ਦੀ ਓਟ ਹੈ, ਨਪੱਤਿਆਂ ਦੀ ਪੱਤ ਹੈ, ਨਗਤਿਆਂ ਦੀ ਗਤ ਹੈ, ਨਿਧੇਰਿਆਂ ਦੀ ਧਿਰ ਹੈ, ਨਿਥਾਵਿਆਂ ਦਾ ਥਾਉ ਹੈ। ਜਿਹਦਾ ਕੋਈ ਵੀ ਥਾਂ ਨਹੀਂ, ਉਹਦਾ ਥਾਂ ਗੁਰੂ ਹੈ। ਇਸ ਕਰਕੇ ਜਿਹਦੀ ਕੋਈ ਧਿਰ ਨਹੀਂ ਹੈ, ਉਹਦੀ ਧਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ। ਪ੍ਰਬੰਧਕ ਨਹੀਂ, ਗੁਰੂ। ਇਹ ਤਾਂ ਦੁਨਿਆਵੀ ਲੋਕ, ਦੁਨੀਆ ਦੇ ਲੋਕ ਥੋੜ੍ਹੀ ਜਿਹੀ ਬਿਪਤਾ ਪੈ ਜਾਵੇ ਛੱਡ ਦਿੰਦੇ ਨੇ। ਬਿਪਤ ਪਰੀ ਸਭ ਹੀ ਸੰਗ ਛਾੜਤ ਕਉ ਨਾ ਆਵਤ ਨੇਰੈ। ਮਹਾਰਾਜ ਜੀ ਕਹਿੰਦੇ ਆ, ਜਿਵੇਂ ਅੱਜ ਦਾ ਸਮਾਂ, ਅੱਜ ਬਿਪਤਾ ਦਾ ਸਮਾਂ ਹਰ ਇੱਕ ਦੇ ਉੱਤੇ। ਉਹ ਕਿਹੜਾ ਮਨੁੱਖ ਹੈ ਵੀ ਜਿਹਦੇ ਉੱਤੇ ਨਹੀਂ ਬਿਪਤਾ ਦਾ ਸਮਾਂ? ਲਾ ਵੱਡੇ ਤੋਂ ਲਾ ਛੋਟੇ ਤਿੱਕਰ ਹਰ ਕੋ ਉੱਤੇ ਬਿਪਤਾ ਹੈ। ਕੋਈ ਵਿਚਾਰਾ ਭੁੱਖਾ ਮਰ ਰਿਹਾ ਤੇ ਕੋਈ ਖਾ ਰਿਹਾ, ਕੋਈ ਖਵਾ ਰਿਹਾ, ਇਹ ਵੀ ਗੱਲ ਹੈ। ਕਈ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹ ਖਾ ਰਹੇ ਨੇ, ਕਈ ਗਰੀਬ ਭੁੱਖੇ ਨੇ, ਗਰੀਬਾਂ ਦਾ ਮਾਸ ਵੀ ਖਾ ਰਹੇ ਹਨ। ਕਿਉਂਕਿ ਆਉਂਦਾ ਬਹੁਤ ਕੁਝ ਹੈ, ਉਹ ਆਉਂਦਾ ਆਉਂਦਾ ਰਸਤੇ ਦੇ ਵਿੱਚ ਹੀ ਗਮਨ ਹੋ ਜਾਂਦਾ ਹੈ। ਜਿਵੇਂ ਅੱਜ ਦੇਖੋ ਕਿਵੇਂ ਰੌਲਾ। ਪਹਿਲੇ ਚਲੋ ਆਪਾਂ ਇਹ ਸਿਆਸੀ ਗੱਲ ਵਿੱਚ ਨਹੀਂ ਜਾਣਾ, ਕਿਉਂਕਿ ਆਪਣੀ ਇਹ ਸਟੇਜ ਨਹੀਂ ਹੈ ਸਿਆਸੀ ਗੱਲ ਵਾਲੀ, ਆਪਣੀ ਇਹ ਧਾਰਮਿਕ ਸਟੇਜ। ਪਰ ਤੁਸੀਂ ਮੀਡੀਆ ਰਾਹੀਂ ਦੇਖੋ, ਇੱਕ ਕਹਿ ਰਿਹਾ ਪੈਸੇ ਆ ਰਹੇ ਨੇ, ਇੱਕ ਕਹਿ ਰਿਹਾ ਸਾਡੇ ਕੋਲ ਆਏ ਨਹੀਂ, ਇੱਕ ਕਹਿੰਦਾ ਸਾਡੇ ਕੋਲ ਬਿੱਲ ਹੈ ਇੰਨਾ ਕੁਝ ਆ ਗਿਆ, ਇੱਕ ਕਹਿੰਦਾ ਗਰੀਬਾਂ ਤੱਕ ਪਹੁੰਚਿਆ ਨਹੀਂ ਹੈ। ਦੇਖੋ ਇਹ ਘਪਲੇਬਾਜ਼ੀ ਵਾਲੀ ਗੱਲ ਹੈ ਨਾ। ਪਰ ਇਹ ਕੰਮ ਗੁਰੂ ਨਾਨਕ ਦੇ ਘਰ ਦੇ ਵਿੱਚ ਨਹੀਂ ਚੱਲਦਾ। ਗੁਰੂ ਨਾਨਕ ਦੇ ਘਰ ਦੇ ਵਿੱਚ ਕੀ ਚੱਲਦਾ? ਜੋ ਸ਼ਰਨ ਆਵੇ, ਸ਼ਰਨ ਤੋਂ ਭਾਵ ਗੁਰੂ ਦੇ ਦਰਬਾਰ ਵਿੱਚ, ਤਿਸ ਕੰਠ ਲਾਵੇ, ਕੰਠ ਨਾਮ ਗਲੇ ਦਾ। ਕਹਿੰਦੇ ਜਿਹੜਾ ਮਰਜੀ ਆਵੇ, ਗੁਰੂ ਨਾਨਕ ਇਸ ਤਰ੍ਹਾਂ ਬਾਹਾਂ ਕਰੀ ਬੈਠਾ, ਉਹਨੂੰ ਆਪਣੇ ਗਲ ਦੇ ਨਾਲ ਲਾ ਲੈਂਦਾ। ਇਹ ਗੁਰੂ ਦਾ ਸਿਧਾਂਤ ਹੈ, ਇਹ ਗੁਰੂ ਦਾ ਜਿਹੜਾ ਅਸਲੀ ਮੁੱਢਲਾ ਫਰਜ਼ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਛੰਦਾ। ਇਹ ਉਸ ਗੁਰੂ ਦਾ ਵਿਰਦ ਹੈ, ਆਪਣੇ ਵਿਰਦ ਦੀ, ਆਪਣੇ ਬਾਣੇ ਦੀ ਲਾਜ ਰੱਖਦਾ ਹੈ। ਮਹਾਰਾਜ ਦੇਖਦਾ ਇਹ ਭਾਵਨਾ ਦੇ ਨਾਲ ਆਉਂਦਾ, ਇਹ ਸ਼ਰਧਾ ਦੇ ਨਾਲ ਆਉਂਦਾ ਹੈ। ਨਾ ਇੱਥੇ ਰਿਸ਼ਵਤ ਚੱਲਦੀ ਹੈ ਗੁਰੂ ਦੇ ਚਰਨਾਂ ਦੇ ਵਿੱਚ।
ਇੱਥੇ ਕੀ ਚੱਲਦਾ ਹੈ? ਇੱਥੇ ਇੱਕੋ ਹੀ ਚੀਜ਼ ਚੱਲਦੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿੰਨਾ ਜਿੰਨਾ ਕੋਈ ਗੁਰੂ ਦੇ ਨਾਲ ਪ੍ਰੇਮ ਕਰੂਗਾ, ਓਨੀ ਓਨੀ ਵਸਤੂ ਉਹ ਗੁਰੂ ਉਸ ਨੂੰ ਉਹ ਸਿੱਖ ਦੀ ਝੋਲੀ ਵਿੱਚ ਪਾ ਦੂਗਾ। ਜਿੰਨਾ ਕੁ ਕੋਈ ਅੰਦਰੋਂ ਅਦਬ ਸਤਿਕਾਰ ਅੰਦਰੋਂ ਜੁੜ ਗਈ, ਜਦੋਂ ਤਾਰ ਜੁੜ ਗਈ ਉਹਦਾ ਬੱਲਬ ਚੱਲ ਪਿਆ, ਤਾਰ ਟੁੱਟ ਗਈ, ਸੁੱਚ ਕੱਟੀ ਗਈ, ਉਹਦਾ ਬੱਲਬ ਬੁੱਝ ਗਿਆ, ਹਨੇਰਾ ਹੋ ਗਿਆ। ਮਹਾਰਾਜ ਜੀ ਕਹਿਣ ਲੱਗੇ ਸਾਡਾ ਸੁਪਰੀਮ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੜੀ ਸੰਗਤ ਹੈ ਜਿਹੜੀ ਭਾਵਨਾ ਦੇ ਨਾਲ ਜੁੜਦੀ ਹੈ। ਜਿਹੜਾ ਆ ਕੇ ਕਹਿੰਦਾ ਬਈ ਦੁੱਖ ਤੇ ਸੁੱਖ ਇਹ ਸਭ ਕੁਝ ਗੁਰੂ ਦਾ ਹੈ। ਮੈਂ ਪਹਿਲਾਂ ਵੀ ਅਰਜ਼ ਕਰੀ ਹੈ ਨਾ, ਮਹਾਰਾਜ ਜੀ ਕਹਿੰਦੇ ਬਿਨ ਤੁਧ ਹੋਰ ਜੇ ਮੰਗਣ ਸਿਰ ਦੁੱਖਾਂ ਕੈ ਦੁੱਖ। ਦੁੱਖ ਆਉਂਦਾ ਹੈ, ਗੁਰਮੁਖ ਤੇ ਵੀ ਆਉਂਦਾ ਹੈ, ਦੁੱਖ ਮਨਮੁਖ ਤੇ ਵੀ ਆਉਂਦਾ ਹੈ। ਮਨਮੁਖ ਦੁੱਖ ਨੂੰ ਹਾਏ ਹਾਏ ਬੂ ਕਰਕੇ ਰੋਂਦਾ ਕਰਲਾਉਂਦਾ ਕਰਕੇ ਲੰਘਾ ਦਿੰਦਾ, ਲੰਘ ਜਾਂਦਾ ਸਮਾਂ। ਦੁੱਖ ਨਹੀਂ ਲੰਘਦਾ, ਉਹਦਾ ਸਮਾਂ ਲੰਘ ਜਾਂਦਾ ਹੈ। ਪਰ ਗੁਰਮੁਖ ਦਾ ਸੌਖਾ ਸਮਾਂ ਲੰਘ ਜਾਂਦਾ, ਮਨਮੁਖ ਦਾ ਸਮਾਂ ਔਖਾ ਲੰਘ ਜਾਂਦਾ ਹੈ। ਆ ਕਰੋਨਾ ਦੀ ਬਿਮਾਰੀ ਆਈ ਹੈ, ਲੰਘ ਜਾਣੀ ਹੈ। ਮਨਮੁਖਾਂ ਵਾਸਤੇ ਹਾਏ ਹਾਏ ਕਰਕੇ ਹਾਏ ਮਰ ਗਏ, ਫਲਾਣੇ ਤਾਂ ਮਰ ਗਏ, ਉਹਨਾਂ ਵਾਸਤੇ ਇਸ ਤਰ੍ਹਾਂ ਲੰਘ ਜਾਣੀ ਹੈ। ਗੁਰਮੁਖ ਕਹਿੰਦੇ ਹੈ ਕੋਈ ਨਹੀਂ, ਜੇ ਆਈ ਹੈ ਤਾਂ ਧੰਨ ਗੁਰੂ ਨਾਨਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰ ਦਿਆਂਗੇ, ਮੇਰੇ ਗੁਰੂ ਨਾਨਕ ਨੇ ਆਪੇ ਠੀਕ ਕਰ ਦੇਣਾ ਹੈ। ਉਹ ਇੱਕ ਪਾਸੇ 8 ਮਹੀਨਿਆਂ ਦਾ ਘੇਰਾ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਪਿਆਰੇ 8 ਮਹੀਨਿਆਂ ਦਾ, ਉਹਨਾਂ ਵਾਸਤੇ ਵੀ ਵੱਡਾ ਕਰਫਿਊ ਸੀ, ਲਾਕਡਾਊਨ ਵੱਡਾ ਸੀ। ਅੱਜ ਲੋਕ ਹਜ਼ਾਰ ਫਿਰਦੇ, ਅੱਜ ਮੀਡੀਆ ਦਾ ਯੁੱਗ ਹੈ। ਉਦੋਂ ਮੀਡੀਆ ਨਹੀਂ ਸੀ, ਉਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਖੁਦ ਵੱਡੇ ਮੀਡੀਆ ਸਨ। ਨਾ ਕਿਲੇ 'ਚੋਂ ਕੁਝ ਬਾਹਰ ਜਾਣ ਦਿੰਦੇ ਨੇ, ਨਾ ਕਿਲੇ ਦੇ ਵਿੱਚ ਕੁਝ ਅੰਦਰ ਜਾਣ ਦਿੰਦੇ ਨੇ। 8 ਮਹੀਨੇ ਭੁੱਖ ਨਾਲ ਹੀ ਫਾਕੇ ਕੱਟੇ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਨਹੀਂ ਕਿਹਾ ਸਿੱਖੋ ਹੁਣ ਵੀ ਲੰਗਰ ਮਸਤਾਨਾ ਹੋ ਗਿਆ, ਹੁਣ ਆਹ ਚੀਜ਼ ਘਟ ਗਈ, ਹੁਣ ਤੁਸੀਂ ਜਾ ਸਕਦੇ ਹੋ। ਨਹੀਂ, ਜਿਹੜੇ ਛੱਡ ਕੇ ਗਏ ਉਹਨਾਂ ਦੇ ਅੱਜ ਮੱਥੇ ਉੱਤੇ ਕਾਲਖ ਲੱਗ ਗਈ। ਛੱਡ ਕੇ ਵੀ ਗਏ ਭਾਈ ਮਹਾਂ ਸਿੰਘ ਵਰਗੇ। ਮਹਾਰਾਜ ਜੀ ਕਹਿੰਦੇ ਸਾਹਿਬ ਸੰਕਟ ਵੈ, ਉਹ ਅੱਜ ਤਾਂ ਦੁੱਖ ਦੀ ਘੜੀ ਸੀ ਯਾਰ, ਅੱਜ ਤਾਂ ਤੁਸੀਂ ਖੜਨਾ ਸੀ ਇੱਥੇ, ਤੇ ਅੱਜ ਤੁਸੀਂ ਜਾ ਰਹੇ ਹੋ ਜਾਂ ਅਸੀਂ ਭੇਜ ਰਹੇ ਹਾਂ, ਇਹ ਗੱਲ ਕਹਿ ਲਓ। ਮਹਾਰਾਜ ਜੀ ਕਹਿੰਦੇ ਓਏ ਅੱਜ ਤਾਂ ਦੁੱਖ ਦੀ ਘੜੀ ਸੀ, ਅੱਜ ਤਾਂ ਤੁਸੀਂ ਐਂ ਚਟਾਨ ਵਾਂਗ ਖੜਨਾ ਸੀ। ਤੁਸੀਂ ਕਹਿਣ ਅੱਜ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਹਿਣਾ ਪੈ ਗਿਆ ਸਾਹਿਬ ਸੰਕਟ ਵੈ ਸੇਵਕ ਭੱਜੈ, ਚਰੰਕਾਲ ਨਾ ਜੀਵੈ ਦੋ ਕੁਲ ਲੱਜੈ। ਕਹਿੰਦੇ ਓਏ ਅੱਜ ਬਿਪਤਾ ਹੋਵੇ ਤੇ ਅੱਜ ਤੁਸੀਂ ਜਾ ਰਹੇ ਹੋ, ਤੁਸੀਂ ਤਾਂ ਇਹ ਗੱਲ ਕਹਿੰਦੇ ਹੁੰਦੇ ਸੀ ਮਹਾਂਸਿਆ। ਤੇ ਭਾਈ ਮਹਾਂ ਸਿੰਘ ਨੂੰ ਸੰਬੋਧਨ ਕਰਕੇ ਕਲਗੀਆਂ ਵਾਲੇ ਕਹਿੰਦੇ ਤੁਸੀਂ ਕਿਹਾ ਸੀ ਵੀ ਅਸੀਂ ਸਾਰੀ ਜ਼ਿੰਦਗੀ ਲਾ ਦਿਆਂਗੇ ਤੁਹਾਡੇ ਨਾਲ, ਤੇ ਅੱਜ ਤੁਸੀਂ ਇੱਕ ਰੋਟੀ ਮੁੱਕ ਗਈ ਤੇ ਤਾਂ ਜਾ ਰਹੇ ਹੋ। ਭਾਈ ਮਹਾਂ ਸਿਆ ਉਹ ਸਮਾਂ ਜਦੋਂ ਖੀਰ ਪ੍ਰਸ਼ਾਦ ਮਿਲਦੇ, ਚੰਗਾ ਖਾਣ ਨੂੰ ਮਿਲਦਾ ਸੀ, ਤੇ ਉਸ ਵਕਤ ਤੁਸੀਂ ਇੱਥੇ ਖੜੇ ਸੀ। ਉਦੋਂ ਕਹਿੰਦੇ ਸੀ ਇਹ ਜਿੰਦੜੀ ਤੇਰੇ ਉੱਤੋਂ ਵਾਰ ਦਿਆਂਗੇ। ਉਦੋਂ ਭਾਈ ਮਹਾਂ ਸਿਆ ਤੁਸੀਂ ਇਹ ਗੱਲ ਕਹਿ ਰਹੇ ਸੀ ਇਸ ਜਿੰਦ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਜਿਹੜਾ ਕੰਮ ਨਾ ਗੁਰਾਂ ਦੇ ਆਵੇ ਜੀ, ਤਨ ਨੂੰ ਰੱਖ ਕੇ ਕੀ ਕਰਨਾ, ਇਸ ਤਨ ਨੂੰ ਰੱਖ ਕੇ ਕੀ ਕਰਨਾ। ਮਹਾਰਾਜ ਜੀ ਕਹਿਣ ਲੱਗੇ ਭਾਈ ਮਹਾਂ ਸਿਆ ਤੁਸੀਂ ਤਾਂ ਇਹ ਗੱਲਾਂ ਕਹਿੰਦੇ ਸੀ, ਅੱਜ ਬਿਪਤਾ ਪੈ ਗਈ, ਬਿਪਤ ਪਰੀ। ਸਭ ਉਹ ਦੁਨੀਆ ਦੇ ਲੋਕ ਤਾਂ ਬਿਪਤਾ ਪਰੀ ਤੋਂ ਛੱਡ ਜਾਂਦੇ ਨੇ। ਬਿਪਤ ਪਰੀ ਸਭ ਹੀ ਸੰਗ ਛਾੜਤ, ਕਉ ਨ ਆਵਤ ਨੇਰੈ। ਅੱਜ ਸਾਡੇ ਭੈਣ ਭਰਾ ਮਾਤਾ ਪਿਤਾ
ਰਿਸ਼ਤੇਦਾਰਾਂ ਦੇ ਵਿੱਚ ਜੇ ਤਰੇੜ ਪਾਈ ਤਾਂ ਆ ਇੱਕ ਕਰੋਨਾ ਭਿਆਨਕ ਬਿਮਾਰੀ ਨੇ ਤਰੇੜ ਪਾਤੀ। 2 ਫੁੱਟ ਦੀ ਦੂਰੀ ਰੱਖਿਓ, 2-2 ਮੀਟਰ ਦੀ ਦੂਰੀ ਰੱਖਿਓ। ਭਾਵ ਜੇ ਤੁਸੀਂ ਨੇੜੇ ਵੀ ਬੈਠੇ ਹੋ ਤਾਂ ਵੀ ਦੂਰ ਰਹੋ, ਘਰ ਵਿੱਚ ਬੈਠੇ ਹੋ ਤਾਂ ਵੀ ਦੂਰ ਰਹੋ। ਅਤੇ ਰਿਸ਼ਤੇਦਾਰ ਨੂੰ ਮਿਲਣ ਮਿਲਾਉਣ ਦੀ ਗੱਲ ਤਾਂ ਇੱਕ ਪਾਸੇ ਹੀ ਰਹੇਗੀ। ਜੇ ਅਗਰ ਕੋਈ ਰਿਸ਼ਤੇਦਾਰ ਆਉਂਦਾ ਵੀ ਹੈ ਮਿਲ, ਜਿਵੇਂ ਹੁਣ ਹਜ਼ੂਰ ਸਾਹਿਬ ਤੋਂ ਆਏ ਨੇ, ਪਹਿਲਾਂ ਤਾਂ ਵਿਚਾਰੇ ਉਹ ਅੰਦਰ ਉੱਥੇ ਫਸੇ ਰਹੇ। ਹਜ਼ੂਰ ਸਾਹਿਬ 5000 ਤੋਂ ਉੱਪਰ ਸੀ ਬੰਦਾ, ਆਲੇ ਦੁਆਲੇ ਪਿੰਡਾਂ ਦਾ ਗਿਆ ਹੋਇਆ। ਲੋਕਡਾਊਨ ਹੋ ਗਿਆ, ਗੱਡੀਆਂ ਬੰਦ ਹੋ ਗਈਆਂ, ਉੱਥੇ ਫਸ ਗਏ। ਚਲੋ ਲੰਗਰ ਪਾਣੀ ਉਹਨਾਂ ਨੂੰ ਵਧੀਆ ਮਿਲਦਾ ਰਿਹਾ, ਉਹਨਾਂ ਦੇ ਆਪਣੇ ਦੱਸਣ ਦੀ ਗੱਲ ਹੈ। ਲੰਗਰ ਪਾਣੀ ਸਾਨੂੰ ਵਧੀਆ, ਕਮਰੇ ਵਧੀਆ, ਸਭ ਕੁਝ। ਪਰ ਇੱਕ ਮਮਤਾ ਸੀ ਘਰ ਦੀ ਪਿਛਲੀ, ਵੀ ਅਸੀਂ ਛੇਤੀ ਘਰੇ ਜਾਈਏ, ਛੇਤੀ ਘਰੇ ਜਾਈਏ। ਲਿਆਂਦਾ ਸਰਕਾਰ ਨੇ ਪ੍ਰਬੰਧ ਕਰਕੇ ਲੈ ਜ਼ਰੂਰ ਆਏ ਉਹਨਾਂ ਨੂੰ, ਪਰ ਆਉਣ ਸਾਰ ਟੈਸਟ ਕਰਾਇਆ, ਅੱਧਿਆਂ ਕੁ ਨੂੰ ਨਿਕਲਿਆ ਇਹ ਬਿਮਾਰੀ। ਉਹਨਾਂ ਨੂੰ ਹਸਪਤਾਲਾਂ ਵਿੱਚ ਬੰਦ ਕਰਤਾ, ਅੱਧਿਆਂ ਕੁ ਨੂੰ ਔਕਾਤ ਬਸ 15 ਦਿਨਾਂ ਵਾਸਤੇ, 20 ਦਿਨਾਂ ਵਾਸਤੇ ਹੋਰ ਕਹਿੰਦੇ ਤੁਸੀਂ ਹਜੇ ਅੰਦਰ ਰਹਿ ਸਕਦੇ ਹੋ, ਘਰਦਿਆਂ ਨੂੰ ਨਹੀਂ ਮਿਲ ਸਕਦੇ। ਤਰੇੜ ਭਾਵ ਉਹਨਾਂ ਦੇ ਮਨ 'ਚ ਸੀ ਅਸੀਂ ਘਰੇ ਜਾਈਏ, ਬੱਚਿਆਂ ਨੂੰ ਮਿਲੀਏ ਜਾ ਕੇ, ਪਰ ਫਿਰ ਵੀ ਅਜੇ ਰਿਸ਼ਤੇ ਦੇ ਵਿੱਚ ਅਜੇ ਵੀ ਦੂਰੀ ਪਾਈ ਹੋਈ ਹੈ। ਜੇ ਠੀਕ ਹੋ ਗਏ ਤਾਂ ਤੁਸੀਂ ਘਰ ਜਾ ਸਕਦੇ ਹੋ, ਅਤੇ ਜੇ ਤੁਸੀਂ ਠੀਕ ਨਾ ਹੋਏ ਤਾਂ ਫਿਰ ਤੁਹਾਨੂੰ 4 ਬੰਦੇ ਜ਼ਰੂਰ ਚੱਕਣਗੇ। ਇਸ ਕਰਕੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਿਪਤ ਪਰੇ ਸਭਈ ਸੰਗ ਛਾੜਤ। ਜੇ ਅਗਰ ਪਤਾ ਵੀ ਲੱਗ ਜੇ ਨਾ ਵੀ ਸਾਡੇ ਰਿਸ਼ਤੇਦਾਰ ਨੂੰ ਆਹ ਬਿਮਾਰੀ ਹੈ, ਕਹਿੰਦੇ ਉਹਦਾ ਕੋਈ ਪਤਾ ਲੈਣ ਤੱਕ ਵੀ ਨਹੀਂ ਜਾਂਦਾ ਹੈ, ਕਿਉਂਕਿ ਫਿਰ ਗੁਰਬਾਣੀ ਝੂਠ ਹੁੰਦੀ ਹੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕਹਿੰਦੇ ਬਿਪਤਾ ਪੈ ਗਈ ਤੇ ਉਦੋਂ ਫਿਰ ਸੰਗ ਸਖਾ ਸਭ ਤਜ ਗਏ, ਕੋ ਨਾ ਨਵਹਿਓ ਸਾਥ। ਪਰ ਗੁਰੂ ਨਹੀਂ ਛੱਡਦਾ ਹੈ, ਜੇ ਗੁਰੂ ਨਾਲ ਪ੍ਰੀਤ ਪਾ ਲਈਏ ਗੁਰੂ ਨਹੀਂ ਛੱਡਦਾ। ਅੱਜ ਪਹਿਲਾਂ ਪ੍ਰੀਤ ਪਾਈ ਸੀ ਦੁਨੀਆ ਦੇ ਨਾਲ, ਦੁਨੀਆ ਦੀ ਵਾਹਵਾ ਖੱਟੀ ਚੰਗੀ ਵਧੀਆ, ਦੁਨੀਆ ਦੇ ਲੋਕਾਂ ਨੂੰ ਜਿੱਤ ਲਿਆ 100 ਚੇਲਾ ਨਾਲ। ਪਰ ਜਦੋਂ ਪ੍ਰੀਤ ਗੁਰੂ ਦੇ ਨਾਲ ਪੈ ਗਈ ਭਾਈ, ਉਸ ਜਿਹੜਾ ਸੀ ਨਾ ਗੁਰਮੁਖ ਪਿਆਰਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਦੂਸਰੇ ਗੁਰੂ ਨਾਨਕ ਦੀ ਗੱਦੀ ਉੱਤੇ ਬੈਠਣ ਵਾਲੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸੇਵਕ ਭਾਈ ਜੋਧ ਪੰਡਤ, ਕਿਉਂਕਿ ਵਿਦਵਾਨ ਸੀ, ਵਿੱਦਿਆ ਬਹੁਤੀ ਸੀ ਕੋਲੇ, ਬਰਾਦਰੀ ਪਤਾ ਨਹੀਂ ਕੀ ਸੀ, ਇਹ ਨਹੀਂ ਪਤਾ, ਗੁਰੂ ਨਾਨਕ ਜਾਣਦਾ ਹੈ। ਵੈਸੇ ਸੱਚੇ ਪਾਤਸ਼ਾਹ ਕਹਿੰਦੇ ਮਾਨਸ ਕੀ ਜਾਤ ਸਭੈ ਕੈ ਪਹਿਚਾਨ ਬੋ। ਅੱਜ ਲੋਕ ਵੰਡੀਆਂ ਪਾਈ ਬੈਠੇ ਨਾ, ਇਹ ਫਲਾਣੀ ਬਰਾਦਰੀ ਨਾਲ ਹੈ, ਇਹ ਫਲਾਣਾ ਜੀ, ਇਹ ਟਿੱਕਾ ਜੀ। ਨਹੀਂ, ਮਹਾਰਾਜ ਜੀ ਕਹਿੰਦੇ ਇਹ ਤਾਂ ਅਸੀਂ ਬਣਾਈਏ। ਜਿਵੇਂ ਪਿੱਛੇ ਮੈਂ ਉਦੋਂ, ਚਲੋ ਇਹ ਗੱਲਾਂ ਦੀ ਆਪਾਂ ਪਿੱਛੇ ਖੁਲਾਸਾ ਕਰ ਚੁੱਕੇ ਹਾਂ, ਮਨੂ ਸਿਮਰਤੀਆਂ ਲਿਖੀਆਂ, ਜਿਹੋ ਜਿਹਾ ਕੋਈ ਕੰਮ ਕਰ ਲੱਗ ਗਿਆ ਉੱਧਰ ਉੱਧਰ ਉਹਦੀ ਵੰਡ ਪੈ ਗਈ। ਇਸ ਕਰਕੇ ਪਰ ਗੁਰੂ ਦੇ ਨਾਲ ਪ੍ਰੀਤ ਪਾ ਲਈ। 2 ਬੇੜੀਆਂ ਦੇ ਉੱਤੇ ਸਵਾਰ ਸੀ, ਪਹਿਲਾਂ ਜਗ ਸੰਸਾਰ ਦੀ ਬੇੜੀ ਉੱਤੇ ਸੀ, ਜਦੋਂ ਗੁਰੂ ਨਾਨਕ ਦੀ ਬੇੜੀ ਉੱਤੇ ਪੈਰ ਧਰ ਲਿਆ, ਫਿਰ ਮਹਾਰਾਜ ਜੀ ਕਹਿੰਦੇ ਜਗ ਮੈਂ ਉੱਤਮ ਕਾਢੀਐ ਬਿਰਲੇ ਕੇਈ ਕੇ। ਗੁਰੂ ਨਾਨਕ ਦੀ ਬੇੜੀ ਉੱਤੇ ਬੈਠਣ ਸਾਰ ਜਿਹੜੇ ਜਗ ਸੰਸਾਰ ਦੇ ਝੂਠੇ ਲੋਕ ਸੀ ਉਹ ਸਾਰੇ ਮੁਖ ਮੋੜ ਗਏ, ਭੱਜ ਗਏ ਸਾਰੇ। ਪਰ ਗੁਰੂ ਨਾਨਕ ਦਾ ਬਣ ਗਿਆ ਭਾਈ ਜੋਧ, ਅੱਜ ਗੁਰੂ ਨਾਨਕ ਦਾ ਬਣ ਗਿਆ। ਹੁਣ ਕੱਲ ਕੀ ਅਰਜ਼ ਕਰਿਆ ਸੀ ਮੈਂ, ਮਾਤਾ ਜੀ ਨੂੰ ਕਹਿੰਦੇ ਇਹ ਨਾ ਭੋਜਨ ਨਹੀਂ ਛਕਦਾ, ਹੋਏ ਜੋਧ ਰੋਟੀ ਨਹੀਂ ਖਾਂਦਾ ਲੰਗਰ ਦਾ, ਤੂੰ ਭੋਜਨ ਨਹੀਂ ਛਕਦਾ। ਮਾਤਾ ਜੀ ਮੈਂ ਭੋਜਨ ਛਕਦਾ, ਜੂਠੀਆਂ ਪਤਲਾਂ ਦੂਰ ਲੈ ਜਾਂਦਾ, ਉੱਥੇ ਲਿਜਾ ਕੇ ਸਾਰੀਆਂ ਚੋਂ ਕਿਣਕਾ ਕਿਣਕਾ ਛਕ ਲੈਂਦਾ, ਮੈਂ ਪਾਪੀ ਪੇਟ ਦੀ ਅੱਗ ਜ਼ਰੂਰ ਬੁਝਾਉਂਦਾ ਹੈ। ਖਾਂਦਾ ਤੁਹਾਡੇ ਘਰ ਦਾ ਹੀ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦੇਂਦੇ ਤੋਟ ਨਾ ਆਵੇ, ਗਣਤ ਭਰੇ ਭੰਡਾਰ। ਸਭ ਨੂੰ ਦਿੰਦਾ ਮਾਲਕ, ਕਿਉਂ? ਗੁਰਬਾਣੀ ਵਿੱਚ ਸਾਹਿਬ ਜੀ ਫਰਮਾਨ ਕਰਦੇ ਹਨ, ਗੁਰੂ ਦੀ ਗੱਲ ਕਰਦੇ ਨੇ, ਮਨੁੱਖ ਦੀ ਨਹੀਂ। ਮਨੁੱਖ ਨਹੀਂ ਮਨੁੱਖ ਨੂੰ ਦੇ ਸਕਦਾ, ਗੁਰੂ ਦਿੰਦਾ। ਕੀ ਕਹਿੰਦੇ ਨੇ? ਰੱਬ ਸਭਨਾ ਜੀਆਂ ਦਾ ਦਾਤਾ, ਉਹ ਪੱਥਰਾਂ 'ਚ ਦਿੰਦਾ ਖਾਣ ਨੂੰ। ਰੱਬ ਸਭਨਾ ਜੀਆਂ ਦਾ ਦਾਤਾ, ਪੱਥਰਾਂ 'ਚ ਦਿੰਦਾ ਖਾਣ ਨੂੰ।
सबना जियां का एक दाता। सारे जीव जितने भी जीव जंतु है उन्होंने दाता कौन है? एक है। सबना जियां का एक दाता। कहते जदों साडा दाता एक है फिर उस दाते नूं मनुख भुल गया सो मैं विसर न जाए। महाराज जी कहते सो क्यों विसरै? कहते उस दाते नूं क्यों विसारता? जिन सब कुछ दिया। कहते ओए जेड़े दाते ने तैनूं सब कुछ दिता, शरीर दिता, कपड़े पाउण वास्ते दिते, रहण वास्ते मकान दिता, धीआं पुत्र दिते, तुरन फिरन वास्ते लत्तां दित्तियां, ਉਹ ਤੈਨੂੰ ਸਵਾਸ ਦਿੱਤੇ, ਉਸ ਦਾਤੇ ਨੂੰ ਭੁੱਲ ਗਿਆ। ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ। ਕਹਿੰਦੇ ਉਸ ਦਾਤੇ ਨੂੰ ਫੇਰ ਭੁੱਲ ਗਿਆ ਜਿਹਨੇ ਸਭ ਕੁਝ ਦੇ ਦਿੱਤਾ। ਬਸ ਭਰੋਸਾ ਬਣਾਉਣਾ ਹੀ ਪਰਮਾਤਮਾ ਦੇ ਉੱਤੇ, ਦਾਤੇ ਉੱਤੇ ਔਖਾ ਹੈ। ਜਦੋਂ ਮਨੁੱਖ ਦਾ ਭਰੋਸਾ ਵਿਸ਼ਵਾਸ ਬਣ ਗਿਆ, ਹੁਣ ਜੋਤ ਦਾ ਭਰੋਸਾ ਬਣ ਗਿਆ, ਮੇਰਾ ਗੁਰੂ ਪੂਰਾ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਭਾਈ ਜੋਧ ਨੂੰ ਮਹਾਰਾਜ ਕਹਿਣ ਲੱਗੇ, ਜੋਧ ਇਉਂ ਕਰਿਆ ਕਰ, ਹੁਣ ਤੂੰ ਸੰਗਤ ਦੀ ਝੂਠ ਨਾ ਖਾਇਆ ਕਰ। ਇਹਦੇ ਵਿੱਚ ਬੜੀ ਵੱਡੀ ਤਾਕਤ ਹੈ, ਸੰਗਤ ਦੀ ਝੂਠ। ਦੇਖੋ 12 ਸਾਲ ਖੜਾ ਰਿਹਾ, 12 ਸਾਲ। ਕੌਣ? ਸੁਖਦੇਵ ਮੁਨੀ। ਸੁਖਦੇਵ ਮੁਨੀ ਦਾ ਜਦੋਂ ਜਨਮ ਹੋਇਆ ਨਾ, ਘਰ ਦੇ ਵਿੱਚੋਂ 12 ਮਹੀਨਿਆਂ ਦਾ ਹੋਇਆ ਤੇ ਉਹ ਜਨਮ ਲੈਣ ਸਾਰ ਜਨਮਤ ਹੀ ਸੁਖ ਲਿਓ ਉਦਾਸੀ। ਕਹਿੰਦੇ ਜਨਮ ਆਉਣ ਸਾਰ ਬਸ ਸਿੱਧਾ ਜੰਗਲਾਂ ਵਿੱਚ ਗਿਆ, ਜੰਗਲਾਂ ਵਿੱਚ ਬੰਦਗੀ ਕਰੀ ਇੰਨੀ ਕੁ। ਉਹਨੂੰ ਪੰਛੀਆਂ ਨੇ ਵੀ ਜਿਹੜੇ ਉਹ ਮਿਹਣੇ ਦਿੱਤੇ। ਵਿਆਸ ਜੀ ਕੋਲੇ ਆਇਆ ਕਿ ਪੁੱਛਿਆ ਮੈਂ ਕਿਹਨੂੰ ਗੁਰੂ ਧਾਰਨ ਕਰਿਆ? ਕਹਿੰਦੇ ਇਸ ਵੇਲੇ ਕੌਣ ਹੈ ਗੁਰੂ? ਕਹਿੰਦੇ ਪੂਰਾ ਗੁਰੂ ਹੈ ਰਾਜਾ ਜਨਕ। ਧੰਨ ਧੰਨ ਰਾਜਾ ਜਨਕ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਕਹਿੰਦੇ ਸਭ ਤੋਂ ਵੱਡਾ ਜੇ ਗੁਰੂ ਹੈ ਤਾਂ ਉਹ ਹੈ ਮਹਾਰਾਜਾ ਜਨਕ। ਜਾ ਚਲੇ ਜਾ ਮਿਥਿਲਾਪੁਰੀ ਵਿੱਚ। ਸੁਖਦੇਵ ਮੁਨੀ ਜੀ ਮਿਥਿਲਾਪੁਰੀ ਵਿੱਚ ਚਲੇ ਗਏ। ਜਦੋਂ ਜਾ ਕੇ ਦੇਖਿਆ ਰਾਜਾ ਤਖਤ ਉੱਤੇ ਬੈਠਾ, ਸ਼ੰਕਾ ਕਰੀ ਆਪਣੇ ਗੁਰੂ ਉੱਤੇ। ਜਿਹੜਾ ਕਹੇ ਬਈ ਪਤਾ ਨਹੀਂ ਗੁਰੂ ਕਰੋਨਾ ਹਟਾਊਗਾ, ਪਤਾ ਨਹੀਂ ਹਟਾਊਗਾ, ਉਹਦੇ ਵਾਸਤੇ ਨਹੀਂ ਹੈ ਕੁਝ। ਜਿਹੜਾ ਕਹੇ ਵੀ ਹਾਂ ਮੇਰਾ ਗੁਰੂ ਹਟਾ ਦੂਗਾ, ਮੇਰੇ ਗੁਰੂ ਵਿੱਚ ਬੜੀ ਵੱਡੀ ਤਾਕਤ ਹੈ, ਮੇਰੇ ਗੁਰੂ ਵਿੱਚ, ਉਹਦੇ ਵਾਸਤੇ ਉਹਦੇ ਕੋਲੇ ਵੀ ਨਹੀਂ ਇਹ ਬਿਮਾਰੀ ਆਉਂਦੀ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹ ਨਾਮ ਸੰਤੋਖੀਆ, ਉਤਰੇ ਮਨ ਦੀ ਭੁੱਖ। ਮਰਜੀ ਕਹਿੰਦੇ ਜਦੋਂ ਗੁਰੂ ਨੇ ਕਿਰਪਾ ਕੀਤੀ ਫਿਰ ਇਹੋ ਜਿਹੀਆਂ ਤਾਂ ਲੱਖਾਂ ਹੀ ਬਿਮਾਰੀਆਂ ਦੂਰ ਚਲੀਆਂ ਜਾਣਗੀਆਂ ਜਦੋਂ ਗੁਰੂ ਦੀ ਕਿਰਪਾ ਹੋਗੀ। ਅੱਜ ਸੁਖਦੇਵ ਮੁਨੀ ਜਦੋਂ ਪਹੁੰਚਿਆ ਨਾ ਮਹਾਰਾਜੇ ਜਨਕ ਕੋਲੇ, ਸ਼ੰਕਾ ਕਰੀ। ਫਿਰ ਮਹਾਰਾਜੇ ਜਨਕ ਨੇ ਕਿਹਾ ਜਾ ਓਏ ਤੂੰ ਅਜੇ ਲਾਇਕ ਨਹੀਂ ਬਣਿਆ। ਫਿਰ ਕਹਿੰਦੇ 12 ਸਾਲ ਲਗਾਤਾਰ, 12 ਸਾਲ। ਸੁਖਦੇਵ ਮੁਨੀ ਉੱਥੋਂ ਰਾਜ ਦਰਬਾਰ ਵਿੱਚੋਂ ਨਿਕਲਿਆ ਜਿੱਥੇ ਮਹਾਰਾਜੇ ਜਨਕ ਦਾ ਲੰਗਰ ਚੱਲਦਾ ਸੀ। ਅੱਜ ਅਸੀਂ ਬਰਤਨਾਂ ਵਿੱਚ, ਸਟੀਲ ਦੇ ਬਰਤਨਾਂ ਵਿੱਚ ਭੋਜਨ ਛਕਾਉਂਦੇ ਹਾਂ, ਉਦੋਂ ਪੱਤਲਾਂ ਦੇ ਵਿੱਚ ਭੋਜਨ ਛਕਾਇਆ ਜਾਂਦਾ, ਪੱਤਲਾਂ ਦੇ ਵਿੱਚ। ਕਹਿੰਦੇ ਲੰਗਰ ਪਾਣੀ ਛਕ ਕੇ ਇੱਕ ਪਾਸੇ ਪੱਤਲਾਂ ਰੱਖੀਆਂ ਜਾਂਦੀਆਂ, ਤਾਂ ਧੋਣਾ ਨੀਵੀਂ ਜਗ੍ਹਾ 'ਤੇ ਸੁੱਟੀਆਂ ਜਾਂਦੀਆਂ। ਜਿੱਥੇ ਜੂਠੀਆਂ ਪੱਤਲਾਂ ਸੁੱਟੀਆਂ ਜਾਂਦੀਆਂ ਸੀ ਉੱਥੇ ਸੁਖਦੇਵ ਮੁਨੀ ਜੀ ਮਹਾਨ ਵਿਦਵਾਨ ਹੋਏ, ਉਹ ਜਾ ਕੇ ਖੜ ਗਏ। ਕਹਿੰਦੇ 12 ਸਾਲ ਲਗਾਤਾਰ ਸੁਖਦੇਵ ਮੁਨੀ ਜੀ ਦੇ ਸਿਰ ਦੇ ਵਿੱਚ ਜੂਠੀਆਂ ਪੱਤਲਾਂ ਪੈਂਦੀਆਂ ਰਹੀਆਂ। ਇਹ ਗੁਰਬਾਣੀ ਵਿੱਚ ਗੁਰੂ ਜੀ ਲਿਖਦੇ ਨੇ, ਜੂਠਨ ਜੂਠ ਪਈ ਨੇ ਸਿਰ ਉੱਪਰ, ਖਿਨ ਮਨੂਆ ਤਿਲ ਨਾ ਡੁਲਾਵੈ ਗੋ। ਮਹਾਰਾਜ ਜੀ ਕਹਿੰਦੇ ਇੱਕ ਦਿਨ ਨਹੀਂ 12 ਸਾਲ ਲਗਾਤਾਰ। ਕਈ ਵਾਰੀ ਉਹ ਜਿਹੜੀ ਪੱਤਲ ਦੇ ਵਿੱਚ ਅੰਨ ਪਾਣੀ ਹੋਣਾ, ਪਾਣੀ ਹੋਣਾ, ਦਾਲ ਹੋਣੀ, ਉਹ ਵੀ ਉਹਦੇ ਸਿਰ ਵਿੱਚ ਪੈਣੀ, ਪੱਤਲ ਵੀ ਉਹਦੇ ਸਿਰ ਵਿੱਚ ਡਿੱਗਣੀ। ਕਹਿੰਦੇ 12 ਸਾਲ ਜੂਠਨ ਜੂਠ ਪਈ ਸਿਰ ਉੱਪਰ, ਸਿਰ ਦੇ ਉੱਪਰ। ਕਹਿੰਦੇ ਫਿਰ ਵੀ ਐਂ ਅਡੋਲ ਖੜ ਗਿਆ। ਉਹਨੇ ਇਹ ਨਹੀਂ ਦੇਖਿਆ ਉਹ ਝੂਠਾ ਪਾਤਾ ਮੇਰੇ ਸਿਰ ਵਿੱਚ,
ਉਹ ਮੇਰੇ ਵਿੱਚ ਸਿਰ ਵਿੱਚ ਆ ਪੱਤਲ ਮਾਰੀ, ਮੇਰੇ ਸਿਰ ਵਿੱਚ ਗਲਾਸ ਮਾਰਿਆ, ਨਹੀਂ, ਐਂ ਬਸ ਅੰਡੋਲ ਖੜਾ ਰਿਹਾ। ਖਿਨ ਮਨੂਆ ਤਿਲ ਨਾ ਡਲਾ ਵੈਂਗੋ, ਕਹਿੰਦੇ ਇੱਕ ਖਿਨ ਵਿੱਚ ਵੀ ਐ ਮਨ ਡੋਲਿਆ ਨਹੀਂ। 12 ਸਾਲ ਲਗਾਤਾਰ ਉਹਦੇ ਸਿਰ ਵਿੱਚ ਜੂਠੀਆਂ ਪੱਤਲਾਂ ਪਈ ਗਈਆਂ। 12 ਸਾਲਾਂ ਬਾਅਦ ਮਹਾਰਾਜ ਜਨਕ ਨੇ ਕਿਹਾ ਲਿਆਓ ਕੱਢ ਕੇ ਹੁਣ। ਫਿਰ ਕੱਢ ਕੇ ਲਿਆਂਦਾ। ਉਹ ਸੁਖਦੇਵ ਮੁਨੀ ਦਾ ਇਸ਼ਨਾਨ ਧਿਆਨ ਕਰਵਾਇਆ। ਇੱਕ ਪਰਖ ਰਹਿ ਗਈ ਅਜੇ ਵੀ। ਉਹ ਸੁਖਦੇਵ ਮੁਨੀ ਦੇ ਹੱਥਾਂ ਉੱਤੇ ਇੱਕ ਛੰਨਾ ਧਰ ਦਿੱਤਾ ਭਰ ਕੇ ਤੇਲ ਦਾ, ਲੈ ਇਉਂ ਕਰ ਸਾਰੇ ਸ਼ਹਿਰ ਵਿੱਚ ਗੇੜਾ ਦੇ ਕੇ ਆ, ਦੇਖਾਂ ਤੇਰਾ ਮਨ ਥਿਰ ਹੈ, ਮਨ ਟਿਕਾ ਵਿੱਚ ਹੈ। ਜੇ ਮਨ ਤੇਰਾ ਅਜੇ ਵੀ ਭੱਜਦਾ ਸੁਖਦੇਵ ਮੁਨੀ, ਫੇਰ ਨਹੀਂ ਤੂੰ ਪਾਸ ਹੋ ਸਕਦਾ। ਫੇਰ ਗਿਆ ਸੁਖਦੇਵ ਮੁਨੀ, ਸਾਰੇ ਸ਼ਹਿਰ ਵਿੱਚ ਗੇੜਾ ਦੇ ਆਇਆ। ਕਿਤੇ ਨਾਚ ਗਾਣੇ ਹੋ ਰਹੇ ਨੇ, ਕਿਤੇ ਕੁਝ ਹੋ ਰਿਹਾ। ਸਾਰੇ ਸ਼ਹਿਰ ਵਿੱਚ ਗੇੜਾ ਦੇ ਕੇ ਲਿਆ ਕੇ ਮਹਾਰਾਜੇ ਜਨਕ ਨੂੰ ਛੰਨਾ ਫੜਾ ਦਿੱਤਾ। ਆ ਲਓ, ਕਹਿੰਦੇ ਦੇਖਿਆ ਸ਼ਹਿਰ 'ਚ ਕੀ ਕੁਝ ਹੋ ਰਿਹਾ ਸੀ? ਕਹਿੰਦਾ ਮੈਨੂੰ ਨਹੀਂ ਪਤਾ, ਬਸ ਕਹਿੰਦੇ ਹੁਣ ਤੂੰ ਥਿਰ ਹੈ, ਹੁਣ ਤੇਰਾ ਮਨ ਡੋਲਦਾ ਨਹੀਂ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਤੇ ਹੁਣ ਅੱਜ ਫਿਰ ਉਸ ਜੋਧ ਪੰਡਤ ਦੇ ਗੁਰੂ ਜੀ ਨੇ ਕਿਰਪਾ ਕਰ ਦਿੱਤੀ। ਗੁਰੂ ਜੀ ਨੇ ਜਦੋਂ ਕਿਰਪਾ ਕਰ ਦਿੱਤੀ, ਉਸ ਜੋਧ ਪੰਡਤ ਨੂੰ ਕਹਿੰਦੇ ਹੁਣ ਸੁੱਚਾ ਭੋਜਨ ਛਕ ਲਿਆ ਕਰ, ਹੁਣ ਤੇਰਾ ਹੰਕਾਰ ਦੂਰ ਹੋ ਗਿਆ। ਫਿਰ ਜੋਧ ਪੰਡਤ ਨੂੰ ਆਪਣੀ ਛਾਤੀ ਨਾਲ ਲਾ ਲਿਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ। ਫਿਰ ਭਾਈ ਗੁਰਦਾਸ ਜੀ ਨੂੰ ਕਹਿਣਾ ਪੈ ਗਿਆ ਜੋਧ ਰਸੋਈਆ ਦੇਵਤਾ। ਕਹਿੰਦੇ ਪਹਿਲਾਂ ਹੰਕਾਰੀ ਸੀ, ਫਿਰ ਉਸ ਜੋਧ ਪੰਡਤ ਨੇ ਗੁਰੂ ਦੇ ਘਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇੰਨੀ ਕੁ ਸੇਵਾ ਕਰਦਾ ਗੁਰੂ ਦੇ ਘਰ ਦੀ ਜੋਧ ਪੰਡਤ। ਕਹਿੰਦੇ ਸਾਰਾ ਦਿਨ ਜੂਠੇ ਬਰਤਨ, ਸਾਰਾ ਦਿਨ ਗੁਰੂ ਕੇ ਲੰਗਰ ਦੀ ਸੇਵਾ। ਜਦੋਂ ਕਿਤੇ ਮਾੜਾ ਮੋਟਾ ਜੋਧ ਪੰਡਤ ਨੂੰ ਨੀਂਦ ਆਉਂਦੀ ਹੈ, ਥੰਮਲੇ ਨਾਲ ਲੱਗ ਕੇ ਖੜ ਜਾਂਦਾ ਹੈ, ਨੀਂਦ ਪੂਰੀ ਹੋ ਗਈ, ਫਿਰ ਸੇਵਾ 'ਚ ਸ਼ੁਰੂ ਲੱਗ ਜਾਂਦਾ ਹੈ। ਮਾਤਾ ਖੀਵੀ ਜੀ ਦੇਖ ਕੇ ਬੜੇ ਖੁਸ਼ ਹੋਏ। ਹੌਲੀ ਹੌਲੀ ਗੁਰੂ ਕੇ ਲੰਗਰ ਦੀ ਸੇਵਾ ਸਾਂਭ ਲਈ, ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਭਾਈ ਗੁਰਦਾਸ ਜੀ ਕਹਿੰਦੇ ਫਿਰ ਦੇਵਤਾ ਬਣ ਗਿਆ। ਜੋਧ ਰਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ। ਕਹਿੰਦੇ ਫਿਰ ਉਹ ਇਹੋ ਜਿਹਾ ਇੱਕ ਦੇਵਤਾ ਬਣ ਗਿਆ। ਤੇ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨੂੰ, ਮਨ ਨੂੰ ਉਹ ਜੋਧ ਰਸੋਈਆ ਭਾ ਗਿਆ, ਚੰਗਾ ਲੱਗਿਆ ਗੁਰੂ ਜੀ ਨੂੰ। ਗੁਰੂ ਜੀ ਨੇ ਕਿਰਪਾ ਕਰਕੇ ਫਿਰ ਮੰਜੀ ਥਾਪ ਦਿੱਤੀ। ਕਹਿੰਦੇ ਇਉਂ ਕਰਿਆ ਕਰ, ਹੁਣ ਤੂੰ ਪ੍ਰਚਾਰ ਕਰਨ ਵਾਸਤੇ ਜਾ ਬਾਹਰ, ਗੁਰੂ ਦੇ ਘਰ ਦਾ ਪ੍ਰਚਾਰ ਕਰ। ਤੂੰ ਗੁਰੂ ਦੇ ਨਾਲ ਹੁਣ ਸੰਗਤ ਨੂੰ ਜੋੜ। ਫਿਰ ਜੋਧ ਰਸੋਈਆ ਉਹ ਜਿਹੜਾ ਸੀ ਨਾ ਪੰਡਤ ਸੀ, ਬੜਾ ਦੇਖਿਆ ਇਹ ਨਟ ਇੱਥੇ ਹੀ ਕੰਮ ਕਰਨ ਵਾਲਾ ਹੈ, ਵਿਦਵਾਨ ਹੈ, ਬਸ ਬਾਗ ਮੋੜ ਦਿੱਤੀ। ਮਹਾਰਾਜ ਜੀ ਨੇ ਲਿਖਿਆ ਫਿਰ ਉਹ ਐਸਾ ਕੋਈ ਸੰਤ ਮਿਲੇ ਜਿਹੜਾ ਮੋੜੇ ਮਨਾ ਦੀਆਂ ਬਾਗਾਂ ਜੀ। ਐਸਾ ਕੋਈ ਸਤਿਗੁਰੂ ਮਿਲੇ ਜਿਹੜਾ ਮੋੜੇ ਮਨਾ ਦੀਆਂ ਬਾਗਾਂ। ਐਸਾ ਕੋਈ ਮਹਾਰਾਜ ਜੀ ਕਹਿੰਦੇ ਕੋਈ ਐਸਾ ਮਿਲ ਜਾਵੇ ਜਿਹੜਾ ਤੇਰੇ ਕਿਰਪਾ ਕਰਦੇ ਤੇਰੇ ਉੱਤੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੜੇ ਪਿਆਰ ਵਿੱਚ ਲਿਖਦੇ ਨੇ, ਉੱਠ ਵਜੀਦਾ ਸੁੱਤਿਆ ਤੂੰ ਮੇਲਾ ਵੇਖਣ ਜਾਹੋ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾਹੋ। ਕਹਿੰਦੇ ਜਾ ਤਾਂ ਸਹੀ, ਤੈਨੂੰ ਕੋਈ ਮਿਲ ਜੂ ਪਰਮਾਤਮਾ ਦਾ ਬਖਸ਼ਿਆ ਹੋਇਆ, ਜਿਹਦੇ ਨਾਲ ਤੇਰਾ ਵੀ ਭਲਾ ਹੋ ਜਾਵੇਗਾ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ, ਪੂਰਨ ਭਰੋਸਾ ਆਪਣੇ ਗੁਰੂ ਉੱਤੇ। ਫਿਰ ਉਸ ਜੋਧ ਪੰਡਤ ਨੇ ਫਿਰ ਸਿੱਖੀ ਦਾ ਪ੍ਰਚਾਰ ਕਰਿਆ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਲੈ ਕੇ ਦਾਤ ਅੱਜ ਦੂਰ ਦੂਰ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਹੈ। ਇਹ ਜਦੋਂ ਮਹਾਰਾਜ ਜੀ ਦੇ ਦਰਸ਼ਨ ਗੁਰੂ ਜੀ ਕਿਰਪਾ ਕਰਦੇ ਹਨ
ਤੇ ਉਸ ਵਕਤ ਫਿਰ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜੇ, ਸਭਨਾ ਉਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ। ਜਦੋਂ ਗੁਰੂ ਦੀ ਕਨੇਰੀ ਨਜ਼ਰ ਹੋ ਜਾਵੇ, ਫਿਰ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਸਭ ਉੱਡ ਜਾਂਦੀਆਂ ਨੇ। ਜਦੋਂ ਗੁਰੂ ਦੀ ਬਖਸ਼ਿਸ਼ ਨਾ ਹੋਵੇ, ਸਾਡੀ ਗੁਰੂ ਕੰਨੀ ਪਿੱਠ ਹੋਵੇ ਤੇ ਦੂਸਰੇ ਪਾਸੇ ਮੁਖ ਹੋਵੇ, ਫਿਰ ਬਿਮਾਰੀਆਂ ਭੱਜ ਕੇ ਲੱਗਦੀਆਂ ਨੇ। ਬਸ ਉਦਾਹਰਣ ਲੈ ਲਓ, ਹੁਣ ਸੂਰਜ ਚੜ੍ਹਨ ਵਾਲਾ ਹੈ। ਜਦੋਂ ਸੂਰਜ ਚੜ੍ਹਦੇ ਕੰਨੀ ਨੂੰ ਤੁਸੀਂ ਮੁਖ ਕਰ ਲਿਓ, ਤੁਰ ਪਿਓ, ਸੂਰਜ ਕੰਨੀ ਨੂੰ ਮੂੰਹ ਕਰਕੇ ਤੁਰਿਓ, ਤੇ ਤੁਹਾਡਾ ਪਰਛਾਵਾਂ ਪਿੱਛੇ ਆਵੇਗਾ। ਸੂਰਜ ਕੰਨੀ ਪਿੱਠ ਕਰਕੇ ਤੁਰ ਪਿਓ ਤੇ ਤੁਹਾਡਾ ਪਰਛਾਵਾਂ ਮੂਹਰੇ ਹੋ ਜਾਵੇਗਾ। ਰੱਬ ਕੰਨੀ ਮੂੰਹ ਕਰ ਲਿਓ, ਬਿਮਾਰੀਆਂ ਪਿੱਛੇ ਰਹਿ ਜਾਣਗੀਆਂ। ਰੱਬ ਕੰਨੀ ਪਿੱਠ ਕਰ ਲਿਓ, ਬਿਮਾਰੀਆਂ ਅੱਗੇ ਆ ਜਾਣਗੀਆਂ। ਤੁਰਿਓ, ਉਸੇ ਵਕਤ ਬਿਮਾਰੀਆਂ ਘੇਰ ਲੈਣਗੀਆਂ। ਇਹ ਤਾਂ ਇੱਕ ਦੁਨਿਆਵੀ ਪ੍ਰਮਾਣ ਹੈ। ਬਾਬਾ ਜੀ ਕਹਿੰਦੇ ਤੂੰ ਗੁਰੂ ਕੰਨੀ ਮੁਖ ਕਰਕੇ ਤਾਂ ਵੇਖ। ਜਦੋਂ ਗੁਰੂ ਕੰਨੀ ਮੁਖ ਕਰ ਲਿਆ, ਫਿਰ ਮਹਾਰਾਜ ਜੀ ਕਹਿੰਦੇ ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਨੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਿਸਾਵੇ। ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ। ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨੀ ਇੱਛਾ ਸਭ ਜਾਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਹਰਜ ਪਗੈ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ। ਤੁਧ ਕਰਮ ਪਾਇਆ ਤੁਜਨ ਕੋ, ਸੇ ਨਾਮ ਹਰਿ ਕੈ ਲਾਗੇ। ਆਨੰਦ ਸਨੋਬਟ ਭਾਗੀਓ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਹੁਣ ਤੇ ਪਨੀਤ ਕਹਤੇ, ਪਵਿੱਤ ਸਤ ਗੁਰੇ ਆ ਭਰਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਤੁਧ ਆਗੇ ਅਰਦਾਸ ਮਾਰੀ ਜੀਓ।